ਲੁਧਿਆਣਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਬੀਤੇ ਦਿਨ ਹੀ ਬਰਾਮਦ ਕੀਤੇ 4 ਕਰੋੜ ਰੁਪਏ ਦੇ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਜੈਪੁਰ ਦੇ ਗੋਦਾਮ ਤੋਂ ਫਿਰ ਕਰੋੜਾਂ ਦਾ ਨਸ਼ਾ ਬਰਾਮਦ ਕੀਤਾ ਗਿਆ ਹੈ, ਜਿਸ ਦੀ ਜਾਣਕਾਰੀ ਖੁਦ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਨਸ਼ੇ ਦੇ ਇਸ ਨੈਟਵਰਕ ਦਾ ਲੁਧਿਆਣਾ ਪੁਲਿਸ ਅਤੇ ਐਂਟੀ ਨਾਰਕੋਟਿਕ ਸੈੱਲ ਵੱਲੋਂ ਸਾਂਝੇ ਤੌਰ ਤੇ ਚਲਾਈ ਮੁਹਿੰਮ ਤੋਂ ਬਾਅਦ ਪਰਦਾਫਾਸ਼ ਹੋਇਆ ਹੈ ਅਤੇ ਇਸ ਸੰਬੰਧੀ ਪੁਲਿਸ ਪਹਿਲਾਂ ਵੀ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਹਾਸਿਲ ਕੀਤੇ ਉਹ ਜਗ੍ਹਾ ਕਿਉਂਕਿ ਜੈਪੁਰ ਦੇ ਵਿੱਚ ਸੀਗੀ, ਇਸ ਕਰਕੇ ਅਸੀਂ ਮਾਨਯੋਗ ਅਦਾਲਤ ਤੋਂ ਸਰਚ ਵਾਰੰਟ ਹਾਸਿਲ ਕੀਤੇ ਐਂਡ ਉਸ ਤੋਂ ਬਾਅਦ ਅਸੀਂ ਪੰਜਾਬ ਗਵਰਨਮੈਂਟ ਦੇ ਡਰੱਗਸ ਡਿਪਾਰਟਮੈਂਟ ਦੇ 2 ਡਰੱਗ ਇੰਸਪੈਕਟਰ ਸਾਹਿਬਾਨ ਨੂੰ ਵੀ ਆਪਣੀ ਟੀਮ ਦੇ ਨਾਲ ਅਟੈਚ ਕਰਵਾਇਆ। ਇਹਨਾਂ ਦੀ ਪੁਲਿਸ ਦੀ ਔਰ ਡਰੱਗਸ ਡਿਪਾਰਟਮੈਂਟ ਦੀ ਜੁਆਇੰਟ ਟੀਮ ਨੇ ਜੈਪੁਰ ਜਾ ਕੇ ਉਸ ਜਗ੍ਹਾ ਦੀ ਫਿਰ ਸਰਚ ਕੀਤੀ। ਉਸ ਸਰਚ ਦੇ ਵਿੱਚੋਂ ਸਾਨੂੰ 6 ਕਰੋੜ ਰੁਪਏ ਦੀਆਂ ਨਸ਼ੀਲੀ ਦਵਾਈਆਂ ਬਰਾਮਦ ਹੋਈਆਂ, ਜਿਹਦੇ ਵਿੱਚ 10 ਲੱਖ ਦੇ ਕਰੀਬ ਗੋਲੀਆਂ ਐਲਪਰਾਜੋਲਨ ਦੀ ਸੀਗੀਆਂ, ਇਹ 76920 ਸ਼ੀਸ਼ੀਆਂ ਕੋਡੀਨ ਸੀਰਪ ਦੀ ਸੀਗੀਆਂ, ਇਹ 14400 ਟੀਕੇ ਜਿਹੜੇ ਇੰਜੈਕਸ਼ਨ ਹੈ ਉਹ ਟ੍ਰੈਮਾਡੋਲ ਦੇ ਸੀਗੇ। ਇਹ ਸਾਰੀਆਂ ਹੀ ਦਵਾਈਆਂ ਔਰ ਇਹ ਸੀਰਪ ਵਗੈਰਾ ਇਹ ਨਸ਼ੇ ਦੇ ਕੰਮ ਆਉਂਦੇ ਹੈ, ਜਿਨ੍ਹਾਂ ਦੀ ਕੀਮਤ ਤਕਰੀਬਨ 6 ਕਰੋੜ ਬਣਦੀ ਹੈ। ਤੇ ਟੋਟਲ ਇਸ ਕੇਸ ਦੇ ਵਿੱਚ ਹੁਣ ਤੱਕ ਅਸੀਂ 10 ਕਰੋੜ ਰੁਪਏ ਦੀਆਂ ਨਸ਼ੇ ਦੀਆਂ ਜਿਹੜੀ ਹੈ ਦਵਾਈਆਂ ਔਰ ਇੰਜੈਕਸ਼ਨਸ ਵਗੈਰਾ ਬਰਾਮਦ ਕਰ ਚੁੱਕੇ ਹਾਂ। ਜਦੋਂ ਅਸੀਂ ਰੇਡ ਕੀਤੀ ਸੀ ਉਸ ਜਗ੍ਹਾ ਤੇ ਸਾਨੂੰ ਤਕਰੀਬਨ 34-35 ਲੱਖ ਦੇ ਇਸ ਤਰੀਕੇ ਦੀਆਂ ਦਵਾਈਆਂ ਵੀ ਮਿਲੀਆਂ, ਜੋ ਕਿ ਡਰੱਗਸ ਐਂਡ ਕਾਸਮੈਟਿਕ ਐਕਟ ਦੇ ਤਹਿਤ ਆਉਂਦੀ ਸੀਗੀਆਂ, ਜੋ ਨਸ਼ੇ ਦੇ ਨਹੀਂ ਡਾਇਰੈਕਟਲੀ ਆਉਂਦੀ ਸੀਗੀਆਂ। ਉਹਦੀ ਵਾਇਲੇਸ਼ਨ ਸੀਗੀ ਕਿਉਂਕਿ ਬਿਨਾਂ ਲਾਇਸੈਂਸ ਦੇ ਰੱਖੀਆਂ ਹੋਈਆਂ ਸੀਗੀਆਂ। ਇਸ ਕਰਕੇ ਅਸੀਂ ਰਾਜਸਥਾਨ ਦੇ ਡਰੱਗਸ ਡਿਪਾਰਟਮੈਂਟ ਨੂੰ ਬੁਲਾ ਕੇ ਉਹ ਦਵਾਈਆਂ ਲੋੜੀਂਦੀ ਕਾਰਵਾਈ ਲਈ ਉਹਨਾਂ ਨੂੰ ਹੈਂਡਓਵਰ ਕਰ ਦਿੱਤੀਆਂ, ਜੋ ਕਿ ਉਹ ਆਪਣੀ ਬਣਦੀ ਕਾਰਵਾਈ ਕਰ ਰਹੇ ਹਨ। ਤੇ ਬਾਕੀ ਇਸ ਗੈਂਗ ਦੇ ਅਸੀਂ ਪੂਰੇ ਤਹਿ ਤੱਕ ਪਹੁੰਚ ਚੁੱਕੇ ਹਨ। ਤੇ ਬਾਕੀ ਵੀ ਇਹਨਾਂ ਦੇ ਜਿਹੜੇ ਬੈਂਕ ਵਗੈਰਾ ਦੇ ਔਰ ਸਾਰਾ ਸਿਸਟਮ ਅਸੀਂ ਚੈੱਕ ਕਰ ਰਹੇ ਹਾਂ ਕਿ ਕਿੰਨੇ ਪੈਸੇ ਇਹਨਾਂ ਨੇ ਬਣਾਏ ਹੈ, ਤੇ ਉਹਨਾਂ ਦੀ ਅਗਲੀ ਜਿਹੜੀ ਕਾਰਵਾਈ ਹੈ ਪ੍ਰਾਪਰਟੀ ਸੀਜ਼ਰ ਵਗੈਰਾ ਦੀ ਉਹ ਅਸੀਂ ਕਰ ਰਹੇ ਹਾਂ। ਸਰ ਪ੍ਰੇਮ ਰਤਨ ਦਾ ਕੀ ਰੋਲ ਹੈ ਵਿੱਚ, ਜਿਹਦਾ ਉਹ ਕਿੱਥੋਂ ਬਿੱਲ ਲੈ ਕੇ ਕਿੱਦਾਂ ਬਣਾਉਂਦਾ ਸੀ, ਕਿੱਦਾਂ ਬਿੱਲ ਜਿਹੜਾ ਹੈਗਾ ਅੱਗੇ ਪੰਜਾਬ ਦੇ ਵਿੱਚ ਲੈ ਪਾਸ ਕਰਦਾ ਸੀ? ਪ੍ਰੇਮ ਰਤਨ ਜਿਹੜਾ ਹੈ ਇਹਦੀ ਪਹਿਲਾਂ ਇੱਕ ਕੰਪਨੀ ਸੀਗੀ, ਜੋ ਕਿ ਇਹ ਜਿਹੜੇ ਮੈਨੂਫੈਕਚਰਰ ਹਨ ਦਵਾਈਆਂ ਦੇ, ਉਹਨਾਂ ਤੋਂ ਇਹ ਦਵਾਈਆਂ ਲੈਂਦੇ ਸੀ। ਤੇ ਇਹਦੇ ਕੋਲ ਲਾਇਸੈਂਸ ਇਹਨੇ ਆਪਣਾ ਪਹਿਲਾਂ ਜਦੋਂ ਇਹ ਦਵਾਈਆਂ ਦੀ ਪੰਜਾਬ ਦੇ ਵਿੱਚ ਧਰਪਕੜ ਹੋਈ ਸੀਗੀ, ਤੇ ਉਸ ਤੋਂ ਬਾਅਦ ਇਹਨੇ ਆਪਣਾ ਲਾਇਸੈਂਸ ਇਹਦਾ ਖਤਮ ਹੋ ਗਿਆ ਸੀ, ਇਹਨੇ ਰੀਨਿਊ ਨਹੀਂ ਕਰਵਾਇਆ ਸੀ। ਤੇ ਕਿਉਂਕਿ ਲਾਇਸੈਂਸ ਦੇ ਵਿੱਚ ਪੈਸੇ ਲੱਗਦੇ ਸੀ, ਫਿਰ ਇਹ ਸਾਰਾ ਕੰਮ ਕਿਉਂਕਿ ਇਹਨਾਂ ਨੰਬਰ 2 ਦੇ ਵਿੱਚ ਹੀ ਕਰਨਾ ਹੁੰਦਾ ਸੀ। ਜਦੋਂ ਆਪਾਂ ਲਾਇਸੈਂਸ ਵਾਲਾ ਕੰਮ ਕਰਦੇ ਹਾਂ ਤੇ ਇੱਕ ਦੁਕਾਨ ਨੂੰ ਅਸੀਂ ਤਾਂ 100 ਗੋਲੀਆਂ 50 ਗੋਲੀਆਂ 20 ਗੋਲੀਆਂ ਹੀ ਦੇ ਸਕਦੇ ਹਾਂ, ਤੇ ਜੇ ਵੱਡੀ ਮਾਤਰਾ ਦੇ ਵਿੱਚ ਇਹਨੇ ਕਰਨਾ ਸੀ, ਇਸ ਕਰਕੇ ਇਹ ਬਿਨਾਂ ਲਾਇਸੈਂਸ ਤੋਂ ਹੀ ਇਹ ਦਵਾਈਆਂ ਮੰਗਵਾ ਰਿਹਾ ਸੀ, ਜਾਲੀ ਉਹਨਾਂ ਨੂੰ ਸ਼ੋਅ ਕਰਕੇ ਆਪਣਾ ਲਾਇਸੈਂਸ ਕੰਪਨੀਆਂ ਨੂੰ, ਐਂਡ ਉਸ ਬੇਸ ਤੇ ਹੀ ਇਹ ਅੱਗੇ ਵੇਚ ਰਿਹਾ ਸੀ। ਅਸੀਂ ਸਾਰੀ ਕੁਝ ਡਰੱਗ ਡਿਪਾਰਟਮੈਂਟ ਨੂੰ ਨਾਲ ਲੈ ਕੇ ਪੜਤਾਲ ਕਰ ਰਹੇ ਹਨ ਕਿ ਕਿਹੜੀ ਕੰਪਨੀਆਂ ਤੋਂ ਇਹਨਾਂ ਨੇ ਡਰੱਗਸ ਖਰੀਦੀਆਂ ਹਨ ਤੇ ਕੀ ਉਹਨਾਂ ਨੇ ਪ੍ਰੋਪਰ ਪ੍ਰੀਕਾਸ਼ਨਸ ਰੱਖੀਆਂ ਕਿ ਨਹੀਂ ਰੱਖੀਆਂ। ਸਰ ਰਾਜਸਥਾਨ ਤੋਂ ਇਲਾਵਾ ਹੋਰ ਵੀ ਕਿਤੇ ਇਹਨਾਂ ਦਾ ਕੁਝ ਇਦਾਂ ਦਾ ਕਨੈਕਸ਼ਨ ਹੈਗਾ ਜੀ? ਦੇਖੋ ਇਹ ਇਹਨਾਂ ਨੇ ਆਪਣਾ ਜੋ ਦਵਾਈਆਂ ਲਈਆਂ ਹੈਗੀਆਂ ਉਹ ਸੋਨੀਪਤ ਤੋਂ ਲਈਆਂ ਹੈ, ਦਿੱਲੀ ਤੋਂ ਵੀ ਲਈਆਂ, ਐਂਡ ਰਾਜਸਥਾਨ ਇਹਨਾਂ ਨੇ ਜੈਪੁਰ ਦੇ ਵਿੱਚ ਆਪਣੇ ਗੋਡਾਊਨ ਬਣਾ ਕੇ ਉੱਥੇ ਰੱਖੀਆਂ ਹੋਈਆਂ ਹੁੰਦੀ ਸੀਗੀਆਂ। ਰਾਜਸਥਾਨ ਦੇ ਵਿੱਚ ਵੀ ਸਪਲਾਈ ਕਰਦੇ ਸੀ, ਲੇਕਿਨ ਮੇਜਰ ਇਹਨਾਂ ਦਾ ਕੰਮ ਪੰਜਾਬ ਦੇ ਵਿੱਚ ਸੀ। ਸਰ ਪਾਕਿਸਤਾਨ ਨਾਲ ਕੰਮ ਚੱਲ ਰਿਹਾ ਸੀਗਾ ਤੇ ਉੱਥੇ ਇਹਨਾਂ ਦਾ ਕਿਸੇ ਸੀਗਾ ਕੋਈ ਕਨੈਕਸ਼ਨ ਵੀ ਸੀਗਾ ਵੀ ਬੜੇ ਸਤਰ ਨਾਲ? ਇਹ ਹਲੇ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਦੇਖਾਂਗੇ ਕਿ ਕੋਈ ਇਹਨਾਂ ਨੂੰ ਕੋਈ ਸ਼ਾਇਦ ਸੀਗੀ ਜਾਂ ਨਹੀਂ, लेकिन हले तक इस तरीके का कोई सामने नहीं आया। सर जो कंपनी से ये माल खरीदते थे, कंपनी कैसे इनको देती थी बिना लाइसेंस? वो ਅਸੀਂ ਚੈੱਕ ਕਰ ਰਹੇ ਹਾਂ ਕਿ ਇਹਨਾਂ ਨੇ ਜਿਹੜਾ ਪਹਿਲਾਂ ਲਾਇਸੈਂਸ ਇਹਨਾਂ ਕੋਲ ਕਦੀ ਪੁਰਾਣਾ ਸੀਗਾ, ਉਹ ਲਾਇਸੈਂਸ ਕੰਪਨੀ ਨੇ ਪ੍ਰੋਪਰਲੀ ਚੈੱਕ ਕੀਤਾ ਕਿ ਨਹੀਂ ਕੀਤਾ, ਉਹਨਾਂ ਦੀ ਕੀ ਉਸ ਤਰੀਕੇ ਦਾ ਹੋ ਸਕਦਾ। ਇਸ ਕਰਕੇ ਅਸੀਂ ਡਰੱਗ ਡਿਪਾਰਟਮੈਂਟ ਨੂੰ ਆਪਣੇ ਨਾਲ ਐਸੋਸੀਏਟ ਕਰਵਾਇਆ ਹੈ ਇਨਵੈਸਟੀਗੇਸ਼ਨ ਦੇ ਵਿੱਚ, ਕਿਉਂਕਿ ਕਈ ਤਕਨੀਕੀ ਪਹਿਲੂ ਹੁੰਦੇ ਹੈ ਇਸ ਕੇਸ ਦੇ, ਤਾਂ ਕਿ ਉਹਨਾਂ ਦੀ ਬਾਰੀਕੀ ਨਾਲ ਜਾਂਚ ਹੋ ਸਕੇ। 4 ਕਰੋੜ ਦੀ ਪਹਿਲੇ ਤੁਸੀਂ ਰਿਕਵਰੀ ਕੀਤੀ ਹੈ, ਹੁਣ ਤੁਸੀਂ 6 ਕਰੋੜ ਦੀ ਰਿਕਵਰੀ ਕਰ ਲਈ ਹੈ। ਵਰਿੰਦਰ ਸਿੰਘ ਉਪਰ ਰਿੰਕੂ ਜਿਹੜਾ ਹੈਗਾ ਤੇ ਇਹ ਤੁਹਾਨੂੰ ਮਤਲਬ ਇਹਦਾ ਵਿੱਚ ਪੈਚਅਪ ਕਿੱਦਾਂ ਹੋਇਆ ਪ੍ਰੇਮ ਰਤਨ ਦੇ ਨਾਲ? ਪ੍ਰੇਮ ਰਤਨ ਨੇ ਇੱਥੋਂ ਕਿੱਦਾਂ ਮਾਲ ਕੀਤਾ ਤੇ ਪੰਜਾਬ ਸ਼ਹਿਰ ਦੇ ਵਿੱਚ ਕਿੱਥੇ ਸਾਰਾ ਸਮਾਨ ਜਿਹੜਾ ਹੈਗਾ ਜਾਣ ਦੀ ਤਿਆਰੀ ਦੇ ਵਿੱਚ ਸੀਗਾ? ਹਾਂਜੀ, ਇਹ ਪਹਿਲਾਂ ਅਸੀਂ 5 ਮੁਲਜ਼ਮ ਇਸ ਕੇਸ ਦੇ ਵਿੱਚ ਗ੍ਰਿਫਤਾਰ ਕਰ ਚੁੱਕੇ ਹਨ। ਜਿਹੜਾ ਇਹ ਨਵੀਂ ਹੁਣ ਅਸੀਂ ਛਾਪੇਮਾਰੀ ਕੀਤੀ ਸੀਗੀ, ਉਹਦੇ ਵਿੱਚ ਇਹ ਜੋ ਗੋਡਾਊਨ ਸੀਗਾ ਉਹ ਇਸ ਬੰਦੇ ਦੇ ਅੰਡਰ, ਇਹ ਬੰਦਾ ਉਸ ਦੀ ਗੋਡਾਊਨ ਦੀ ਦੇਖਭਾਲ ਕਰਦਾ ਸੀਗਾ, ਵਰਿੰਦਰ ਸਿੰਘ ਉਰਫ ਰਿੰਕੂ। ਇਸ ਕਰਕੇ ਇਸ ਕੇਸ ਦੇ ਵਿੱਚ ਉਸ ਨੂੰ ਵੀ ਅਸੀਂ ਨੋਮੀਨੇਟ ਕੀਤਾ ਹੈ, ਉਸ ਨੂੰ ਵੀ ਅਰੈਸਟ ਕਰਕੇ ਫਿਰ ਅਸੀਂ ਛਾਨਬੀਨ ਕਰਾਂਗੇ। ਲੁਧਿਆਣਾ ਸ਼ਹਿਰ ਦੇ ਵਿੱਚ ਕਿੱਥੇ ਮਤਲਬ ਇਹਨਾਂ ਨੇ ਸਟਾਕ ਕਰਕੇ ਰੱਖਿਆ ਹੋਇਆ ਸੀਗਾ? ਤੁਸੀਂ ਰਾਜਸਥਾਨ ਦੇ ਵਿੱਚੋਂ ਸਾਰੀ ਬਰਾਮਦਗੀ ਕੀਤੀ ਹੈ, ਲੇਕਿਨ ਲੁਧਿਆਣਾ ਸ਼ਹਿਰ ਦੇ ਵਿੱਚ ਕਿੱਥੇ ਇਹਨਾਂ ਨੇ ਸਟਾਕ ਕਰਨਾ ਸੀਗਾ? ਦੇਖੋ ਇਹ ਜਿਹੜੀ ਗੱਲ ਚਾਲੂ ਹੋਈ ਸੀਗੀ ਇਹ ਤਕਰੀਬਨ 1.5 ਮਹੀਨੇ ਪਹਿਲਾਂ ਚਾਲੂ ਹੋਈ ਸੀਗੀ,
ਉਦੋਂ ਅਸੀਂ ਬਹੁਤ ਛੋਟੀਆਂ ਥੋੜੀ ਜਿਹੀ ਦਵਾਈਆਂ ਫੜੀਆਂ ਸੀਗੀਆਂ। ਇੱਕ ਬੰਦਾ ਦੁਕਾਨ ਤੇ ਦਵਾਈਆਂ ਦੇਣ ਲਈ ਆ ਰਿਹਾ ਸੀਗਾ, ਅਸੀਂ ਉਸ ਬੰਦੇ ਨੂੰ ਫੜਿਆ ਸੀ। ਜਦੋਂ ਉਸ ਦੀ ਅਸੀਂ ਦੋ ਬੰਦਿਆਂ ਦੀ ਜਦੋਂ ਪੁੱਛਗਿੱਛ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਅਲਵਰ ਜਗ੍ਹਾ ਹੈ ਰਾਜਸਥਾਨ ਦੇ ਵਿੱਚ, ਉੱਥੋਂ ਲੈ ਕੇ ਆਂਦੇ ਹੁੰਦੇ ਆ। ਫਿਰ ਅਸੀਂ ਅਲਵਰ ਦੇ ਦੋ ਬੰਦੇ ਫੜ ਕੇ ਲਿਆਂਦੇ। ਉਹਨਾਂ ਨੇ ਕਿਹਾ ਨਹੀਂ ਅਸੀਂ ਤਾਂ ਜੀ ਅਸੀਂ ਜਿਹੜਾ ਹੈ ਅਸੀਂ ਸਾਮਾਨ ਜੈਪੁਰ ਤੋਂ ਲੈ ਕੇ ਆਂਦੇ ਆ। ਫਿਰ ਜੈਪੁਰ ਦਾ ਜਿਹੜਾ ਪ੍ਰੇਮ ਰਤਨ ਸੀਗਾ ਉਸ ਬੰਦੇ ਨੂੰ ਫੜਿਆ, ਉਹਦੀ ਫਿਰ ਪੁੱਛਗਿੱਛ ਕੀਤੀ ਤੇ ਉਹਨੇ ਕਿਹਾ ਕਿ ਮੈਂ ਆਪਣਾ ਗੋਡਾਊਨ ਬਣਾ ਕੇ ਜੈਪੁਰ ਦੇ ਵਿੱਚ ਰੱਖਿਆ ਹੋਇਆ ਹੈ। ਉਸ ਗੋਡਾਊਨ ਦੇ ਵਿੱਚ ਇਹ ਦਵਾਈਆਂ ਹੈਗੀਆਂ ਤੇ ਉਹ 4 ਕਰੋੜ ਦੀਆਂ ਦਵਾਈਆਂ ਉਦੋਂ ਬਰਾਮਦ ਹੋਈਆਂ ਸੀਗੀਆਂ। ਕਿਉਂਕਿ ਇੱਕ ਵਾਰ ਦੇ ਵਿੱਚ ਬੰਦਾ ਪੂਰੀ ਨਹੀਂ ਗੱਲ ਦੱਸਦਾ। ਕਈ ਵਾਰੀ ਜਦੋਂ ਇਹਦੀ ਦੁਬਾਰਾ ਫਿਰ ਪੁੱਛਗਿੱਛ ਕੀਤੀ ਤੇ ਫਿਰ ਇਹਨੇ ਕਿਹਾ ਕਿ ਮੈਂ ਇੱਕ ਹੋਰ ਗੋਡਾਊਨ ਰੱਖਿਆ ਹੋਇਆ ਹੈ ਤੇ ਉੱਥੇ ਮੇਰੀ ਇੱਕ ਹੋਰ ਖੇਪ ਰੱਖੀ ਹੋਈ ਹੈ। ਉਹ ਫਿਰ 6 ਕਰੋੜ ਦੀਆਂ ਦਵਾਈਆਂ ਉਸ ਬੇਸਿਸ ਤੇ ਬਰਾਮਦ ਹੋਈਆਂ। ਜਿਹੜਾ ਇਹ ਗੋਡਾਊਨ ਸੀ ਉਹਦੀ ਜਿਹੜੀ ਦੇਖ ਰੇਖ ਕਰਦਾ ਸੀਗਾ ਇਹ ਵਰਿੰਦਰ ਸਿੰਘ ਰਿੰਕੂ ਨਾਂ ਦਾ ਬੰਦਾ ਕਰਦਾ ਸੀ। ਉਸ ਨੂੰ ਵੀ ਅਸੀਂ ਕੇਸ ਦੇ ਵਿੱਚ ਨੋਮੀਨੇਟ ਕੀਤਾ। ਸਰ ਜਿਹੜਾ ਕੋਸਮੈਟਿਕ ਦੇ ਪ੍ਰੋਡਕਟ ਜਿਹੜੇ ਉੱਥੇ ਮੇਰੇ ਜਿਹੜੇ ਕੋਸਮੈਟਿਕ ਵਾਸਤੇ ਯੂਜ਼ ਹੁੰਦੇ ਸੀ ਉਹ ਰਾਜਸਥਾਨ ਦੇ ਵਿੱਚ ਕੇਸ ਦਰਜ ਕਰਵਾਇਆ ਗਿਆ ਡਰੱਗ ਇੰਸਪੈਕਟਰ ਵੱਲੋਂ। ਉਹਦੇ ਲਈ ਹਾਂ ਉਹ ਡਰੱਗਸ ਦੇ ਵਿੱਚ ਵੀ ਪਾਵਰਾਂ ਹੁੰਦੀਆਂ ਕਿ ਇਹ ਆਪਣਾ ਕੇਸ ਆਪ ਹੀ ਰਜਿਸਟਰ ਕਰ ਸਕਦੇ ਆ। ਇੱਕ ਇਹਨਾਂ ਨੂੰ ਜੁਡੀਸ਼ੀਅਲ ਪਾਵਰਾਂ ਇੱਕ ਤਰੀਕੇ ਨਾਲ ਗਵਰਨਮੈਂਟ ਵੱਲੋਂ ਦਿੱਤੀਆਂ ਹੋਈਆਂ। ਇਹ ਜਿਹੜੇ ਨਸ਼ੇ ਲਈ ਯੂਜ਼ ਨਹੀਂ ਹੁੰਦੀਆਂ ਲੇਕਿਨ ਵੈਸੇ ਜਿਹੜੀ ਕਿ ਉਲੰਘਣਾ ਕਰਦੀਆਂ ਡਰੱਗਸ ਐਂਡ ਕਾਸਮੈਟਿਕ ਐਕਟ ਦੀ, ਉਹਨਾਂ ਦੇ ਖਿਲਾਫ ਇਹ ਸੁਓ ਮੋਟੋ ਆਪਣੀ ਐਕਸ਼ਨ ਲੈ ਸਕਦੇ ਆ। ਉਹਦੀ ਕੀਮਤ ਕਿੰਨੀ ਸੀ ਸਰ ਜਿਹੜਾ ਰਾਜਸਥਾਨ ਦੇ ਵਿੱਚ ਕੀਤਾ ਗਿਆ ਸੀ? ਉਹ ਵੀ ਤਾਂ ਵਿੱਚ ਤੁਸੀਂ ਕਹਿ ਰਹੇ ਹੋ ਕਿ ਨਸ਼ੇ ਦੇ ਵਿੱਚ ਹੀ ਆਇਆ ਲੇਕਿਨ ਉਹ ਤਕਰੀਬਨ 34,66,000 ਦੇ ਤਕਰੀਬਨ ਉਹ ਦਵਾਈਆਂ ਸੀਗੀਆਂ ਜੋ ਰਾਜਸਥਾਨ ਦੇ ਡਰੱਗ ਇੰਸਪੈਕਟਰਸ ਦੇ ਅਸੀਂ ਹੈਂਡਓਵਰ ਕਰਕੇ ਉਹਨਾਂ ਦੀ ਲੋੜੀਂਦੀ ਕਾਰਵਾਈ ਲਈ ਦੇ ਕੇ ਆਏ ਹਾਂ। ਤੇ ਲਾਇਸੈਂਸ ਕਬਜ਼ੇ 'ਚ ਲਿੱਤਾ ਗਿਆ, ਲਾਇਸੈਂਸ ਜਿਹੜਾ ਤੁਸੀਂ ਕਹਿ ਰਹੇ ਹੋ ਰੈਨਿਊ ਨਹੀਂ ਹੈਗਾ? ਉਹ ਸਾਰਾ ਕੁਝ ਅਸੀਂ ਕਬਜ਼ੇ ਦੇ ਵਿੱਚ ਲਿਆ ਹੈ, ਸਾਰਿਆਂ ਦੀ ਵੈਰੀਫਿਕੇਸ਼ਨ ਵੀ ਚੱਲ ਰਹੀ ਹੈ ਐਂਡ ਇਹ ਹਲੇ ਸ਼ੁਰੂਆਤ ਹੈ। ਅਸੀਂ ਅਖੀਰ ਤੱਕ ਜਾਵਾਂਗੇ ਕਿ ਕਿਹੜੇ ਬੰਦੇ ਨੇ ਇਹਨਾਂ ਨੂੰ ਸਪਲਾਈ ਕੀਤੀ ਹੈ, ਇਹਨਾਂ ਨੇ ਕਿੱਥੇ ਸਪਲਾਈ ਕਰਨੀ ਸੀਗੀਆਂ। ਲੇਕਿਨ ਕਿਉਂਕਿ ਇਹਨਾਂ ਨੇ ਛੋਟੇ ਦੁਕਾਨਾਂ ਨੂੰ ਦੇਣੀ ਸੀਗੀਆਂ, ਉਦੋਂ ਤੋਂ ਜਦੋਂ ਤੱਕ ਅਸੀਂ ਉਹਨਾਂ ਨੂੰ ਰੰਗੇ ਹੱਥ ਨਹੀਂ ਫੜਦੇ ਉਦੋਂ ਤੱਕ ਉਹਨਾਂ 'ਤੇ ਐਕਸ਼ਨ ਕਈ ਵਾਰੀ ਪ੍ਰੋਬਲਮ ਆਉਂਦੀ ਹੈ। ਇਸ ਕਰਕੇ ਅਸੀਂ ਤਾਂ ਆਪਣੇ ਮੇਨ ਵੱਡੇ ਸਪਲਾਇਰਸ ਨੂੰ ਦੇਖ ਰਹੇ ਹਾਂ ਕਿ ਜਿਨ੍ਹਾਂ ਨੇ ਕਿ ਕਾਨੂੰਨ ਦੇ ਨਾਲ ਖਿਲਵਾੜ ਕੀਤਾ। ਜਿਹੜਾ ਇੱਕ ਰੋਕੀ ਫਰਾਰ ਹੈ ਉਹਨਾਂ ਨੂੰ ਅਸੀਂ ਉਸ ਨੂੰ ਗ੍ਰਿਫਤਾਰ ਕਰ ਲਵਾਂਗੇ। ਉਹਦਾ ਨਾਂ ਅਸੀਂ ਰੱਖਿਆ ਦਿੱਤਾ होया है। सर 5 जो बंदे सी। लोकल यहाँ पे बैठे हुए रिटेलर वगैरह मेडिकल स्टोर उनको क्या निर्देश क्या देना चाहेंगे आप प्लीज? देखो ये है कि जो तुसी काम करना है बिल्कुल स्वच्छ तरीके नाल करो, लीगली करो। जो दवाइयाँ जे कोई दवाइयाँ कुछ बीमारियां दे काम भी आती हैं लेकिन डॉक्टर्स की प्रेसक्रिप्शन ते ही आपां तुसी बेच सकते हो। एक लिमिट इन्हां दी रखी हुई है गौरमेंट ने कि तुसी ये जिहड़े सिरप है ये 10 बोतलां रख सकते हो या 20 बोतलां रख सकते हो। जे तुसी ਲੱਖਾਂ ਹੁਣ ਜਿੱਦਾਂ ਇਹ 10 ਲੱਖ ਗੋਲੀਆਂ ਇਹਨਾਂ ਦੇ ਗੋਡਾਊਨ ਤੋਂ ਬਰਾਮਦ ਹੋਈਆਂ, ਇਹਨਾਂ ਕੋਲ ਅਥਾਰਟੀ ਹੈ ਨਹੀਂ ਰੱਖਣ ਦੀ। ਇਸ ਕਰਕੇ ਜੋ ਤੁਸੀਂ ਆਪਣਾ ਲੀਗਲ ਵੇ ਦੇ ਵਿੱਚ ਕੰਮ ਕਰੋ, ਜੋ ਤੁਹਾਡੀ ਅਥਾਰਟੀ ਹੈ, ਜੋ ਡਿਪਾਰਟਮੈਂਟ ਤੋਂ ਤੁਸੀਂ ਲਾਇਸੈਂਸ ਲਿਆ ਹੋਇਆ ਹੈ, ਹਰ ਇੱਕ ਲਾਇਸੈਂਸ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਮੈਂ ਇਸ ਤਰੀਕੇ ਦੀ ਕਿੰਨੀ ਦਵਾਈਆਂ ਰੱਖ ਸਕਦਾ, ਉਨੀ ਕੀ ਰੱਖੋ ਐਂਡ ਆਪਣੇ ਪ੍ਰੈਸਕ੍ਰਿਪਸ਼ਨ ਤੇ ਹੀ ਦਵਾਈਆਂ ਵੇਚੋ ਤਾਂ ਕਿ ਤੁਹਾਨੂੰ ਕੋਈ ਲੀਗਲੀ ਪ੍ਰੋਬਲਮਸ ਦਾ ਸਾਹਮਣਾ ਨਾ ਕਰਨਾ ਪਵੇ। थैंक यू।